ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਰੋਜ਼ਿਆਂ ਦੇ ਪਹਿਲੇ ਹਫਤੇ ਦਾ ਮੰਗਲਵਾਰ ਹੈ। ਅੱਜ ਅਸੀਂ ਪਾਕ ਕਲਾਮ ਦੇ ਵਿੱਚੋਂ ਦੋ ਪਾਠ ਸੁਣਾਂਗੇ। ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ ਦੇ ਵਿੱਚੋਂ ਹੈ, ਜੋ ਖੁਦਾ ਦੇ ਵਚਨ ਦੇ ਉੱਤੇ ਜ਼ੋਰ ਦੇਵੇਗਾ। ਅਤੇ ਅੱਜ ਦੀ ਜੋ ਅੰਜੀਲ ਹੈ ਉਹ ਮੱਤੀ ਦੀ ਅੰਜੀਲ ਹੈ। ਉਹਦੇ ਵਿੱਚ ਅਸੀਂ ਪ੍ਰਭੂ ਯਿਸੂ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ ਉਹਦੇ ਬਾਰੇ ਦੱਸਦੇ ਹਾਂ। ਤੇ ਆਓ ਅਸੀਂ ਅੱਜ ਦੇ ਦਿਨ ਇਹਨਾਂ ਵਚਨਾਂ ਨੂੰ ਸੁਣਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਸਾਰੇ ਹੋ ਸਕਦਾ ਹੈ ਤੇ ਆਪਣੇ ਘਰਾਂ ਦੇ ਵਿੱਚ ਬਾਈਬਲ ਲੈ ਲਓ, ਬਾਈਬਲ ਖੋਲ੍ਹ ਲਵੋ ਤਾਂ ਕਿ ਵਚਨ ਸਾਡੇ ਜੀਵਨ ਦੇ ਵਿੱਚ ਕੰਮ ਕਰੇ। ਆਓ ਅਸੀਂ ਪ੍ਰਭੂ ਦੇ ਇਹਨਾਂ ਵਚਨਾਂ ਨੂੰ ਸੁਣੀਏ ਤੇ ਧਿਆਨ ਕਰੀਏ। ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ 55 ਬਾਬ 10 ਤੋਂ 11 ਆਇਤ। ਮੇਰੇ ਵਚਨ ਬਰਫ਼ ਅਤੇ ਮੀਂਹ ਦੇ ਵਾਂਗ ਹਨ, ਜੋ ਆਕਾਸ਼ ਤੋਂ ਹੇਠ ਧਰਤੀ ਉੱਤੇ ਪੈਂਦੀ ਹੈ। ਉਹ ਫਸਲ ਨੂੰ ਉਗਾਉਂਦੀ ਅਤੇ ਬੀਜਣ ਲਈ ਬੀਜ ਅਤੇ ਖਾਣ ਲਈ ਭੋਜਨ ਪੈਦਾ ਕਰਦੀ ਹੈ। ਇਸ ਤਰ੍ਹਾਂ ਮੇਰੇ ਮੂੰਹੋਂ ਨਿਕਲੇ ਮੇਰੇ ਵਚਨ ਹਨ, ਜੋ ਮੇਰੇ ਉਦੇਸ਼ ਨੂੰ ਪੂਰੇ ਕੀਤਿਆਂ ਬਿਨਾਂ ਵਾਪਸ ਮੇਰੇ ਕੋਲ ਨਹੀਂ ਆਉਂਦੇ ਹਨ, ਅਤੇ ਇਹ ਮੇਰੇ ਠਹਿਰਾਏ ਹਰ ਕੰਮ ਨੂੰ ਪੂਰਾ ਕਰਦੇ ਹਨ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪ੍ਰਾਰਥਨਾ ਕਰਦੇ ਸਮੇਂ ਪਰਾਈਆਂ ਕੌਮਾਂ ਵਾਂਗ ਖਾਲੀ ਸ਼ਬਦਾਂ ਦਾ ਢੇਰ ਨਾ ਲਾਓ, ਕਿਉਂਕਿ ਉਹ ਸੋਚਦੇ ਹਨ ਕਿ ਉਹਨਾਂ ਨੇ ਬਹੁਤੇ ਸ਼ਬਦਾਂ ਕਾਰਨ ਉਹਨਾਂ ਦੀ ਸੁਣੀ ਜਾਵੇਗੀ। ਉਹਨਾਂ ਦੇ ਵਾਂਗ ਨਾ ਬਣੋ, ਕਿਉਂਕਿ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕੀ ਲੋੜੀਂਦਾ ਹੈ। ਤਾਂ ਫਿਰ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਐ ਸਾਡੇ ਬਾਪ ਜੋ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਦੇ ਅਤੇ ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਵੀ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਿਆਈ ਤੋਂ ਬਚਾ। ਕਿਉਂਕਿ ਜੇਕਰ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਕਸੂਰ ਮਾਫ ਕਰਦੇ ਹੋ ਤਾਂ ਤੁਹਾਡਾ ਸਵਰਗੀ ਬਾਪ ਵੀ ਤੁਹਾਨੂੰ ਮਾਫ ਕਰੇਗਾ। ਪਰ ਜੇਕਰ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਅਪਰਾਧ ਮਾਫ ਨਹੀਂ ਕਰੋਗੇ ਤਾਂ ਤੁਹਾਡਾ ਬਾਪ ਵੀ ਤੁਹਾਨੂੰ ਤੁਹਾਡੇ ਅਪਰਾਧ ਮਾਫ ਨਹੀਂ ਕਰੇਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਰੋਜ਼ਿਆਂ ਦਾ ਇਹ ਪਾਵਨ ਸਮਾਂ ਜਿਹਦੇ ਵਿੱਚ ਹੁਣ ਅਸੀਂ ਹਿੱਸਾ ਲੈ ਰਹੇ ਹਾਂ, ਅੱਜ ਇਹ ਪਾਵਨ ਦਿਹਾੜਾ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ, ਪ੍ਰਭੂ ਦੀ ਬਾਣੀ ਦੇ ਉੱਤੇ ਧਿਆਨ ਕਰੀਏ। ਤੇ ਅੱਜ ਦੋ ਵਿਸ਼ੇ ਹਨ ਸਾਡੇ ਕੋਲ। ਪਹਿਲੇ ਪਾਠ ਦੇ ਵਿੱਚ ਜੋ ਵਿਸ਼ਾ ਹੈ ਉਹ ਖੁਦਾ ਦਾ ਵਚਨ ਹੈ, ਅਤੇ ਅੱਜ ਦੀ ਜੋ ਅੰਜੀਲ ਹੈ ਇਸ ਦਾ ਵਿਸ਼ਾ ਪ੍ਰਾਰਥਨਾ ਹੈ। ਤੋਂ ਪਹਿਲਾਂ ਅਸੀਂ ਅੱਜ ਦੇ ਪਹਿਲੇ ਪਾਠ ਦੇ ਉੱਤੇ ਮਨਨ ਕਰੀਏ। ਪਿਆਰਿਓ, ਯਸ਼ਾਇਆ ਨਬੀ ਦੀ ਪੁਸਤਕ ਉਸ ਦਾ 55 ਅਧਿਆਇ, ਉਸ ਦੀ 10 ਅਤੇ 11 ਐਤ ਬਹੁਤ ਹੀ ਮਹੱਤਵਪੂਰਨ ਹੈ। ਮਹੱਤਵਪੂਰਨ ਇਸ ਲਈ ਹੈ ਕਿ ਯਸ਼ਾਇਆ ਨਬੀ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਖੁਦਾ ਦੇ ਵਚਨ ਦੇ ਵਿੱਚ ਸ਼ਕਤੀ ਹੈ। ਕਿਸ ਤਰ੍ਹਾਂ ਸ਼ਕਤੀ ਹੈ, ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਹਾਂ। ਲਿਖਿਆ ਹੈ, ਪ੍ਰਭੂ ਕਹਿੰਦਾ ਹੈ, ਮੇਰੇ ਵਚਨ ਬਰਫ਼ ਅਤੇ ਮੀਂਹ ਦੇ ਵਾਂਗ ਹਨ। ਮੇਰੇ ਵਚਨ
ਬਰਫ਼ ਅਤੇ ਮੀਂਹ ਦੇ ਵਾਂਗ ਹਨ। ਹੁਣ ਦੇਖੋ, ਅਸੀਂ ਸਾਰਿਆਂ ਨੇ ਬਰਫ਼ ਵੀ ਦੇਖੀ ਹੈ, ਮੀਂਹ ਵਰਦਾ ਵੀ ਦੇਖਿਆ ਹੈ। ਹੁਣ ਜਦੋਂ ਮੀਂਹ ਵਰਦਾ ਹੈ ਤੇ ਕੀ ਹੁੰਦਾ ਹੈ, ਉਸ ਪਾਣੀ ਦੇ ਨਾਲ ਜਿਹੜੀ ਬੰਜਰ ਜ਼ਮੀਨ ਹੈ ਉਪਜਾਊ ਹੋ ਜਾਂਦੀ ਹੈ। ਅੱਗੇ ਲਿਖਿਆ ਹੈ, ਜੋ ਆਕਾਸ਼ ਤੋਂ ਹੇਠ ਧਰਤੀ ਤੇ ਪੈਂਦੀ ਹੈ ਤੇ ਫਸਲ ਉਗਾਉਂਦੀ ਹੈ, ਫਲਦਾਇਕ ਬਣਾ ਦਿੰਦੀ ਹੈ। ਇੰਨੀ ਸ਼ਕਤੀ ਹੈ ਮੀਂਹ ਦੇ ਵਿੱਚ ਕਿ ਉਹ ਉਪਜਾਊ ਧਰਤੀ ਨੂੰ ਫਲਦਾਇਕ ਬਣਾ ਦਿੰਦੀ ਹੈ। ਅੱਗੇ ਲਿਖਿਆ ਹੈ, ਬੀਜਣ ਦੇ ਲਈ ਬੀਜ ਅਤੇ ਖਾਣ ਦੇ ਲਈ ਭੋਜਨ ਪੈਦਾ ਕਰਦੀ ਹੈ। 11ਵੀਂ ਆਇਤ ਦੇ ਵਿੱਚ ਲਿਖਿਆ ਹੈ, ਇਸੇ ਤਰ੍ਹਾਂ ਮੇਰੇ ਮੂੰਹੋਂ ਨਿਕਲੇ ਮੇਰੇ ਵਚਨ ਹਨ, ਜੋ ਮੇਰੇ ਉਦੇਸ਼ ਨੂੰ ਪੂਰੀਆਂ ਕੀਤਿਆਂ ਵਾਪਸ ਮੇਰੇ ਕੋਲ ਨਹੀਂ ਆਉਂਦੇ ਹਨ। ਇਹ ਮੇਰੇ ਠਹਿਰਾਏ ਹਰ ਕੰਮ ਨੂੰ ਪੂਰਾ ਕਰਦੇ ਹਨ। ਹੁਣ ਇੱਥੇ ਥੋੜਾ ਜਿਹਾ ਧਿਆਨ ਦੇਣਾ ਹੈ। ਬੀਜਣ ਦੇ ਲਈ ਬੀਜ ਅਤੇ ਖਾਣ ਦੇ ਲਈ ਭੋਜਨ ਪੈਦਾ ਕਰਦੀ ਹੈ। ਕੌਣ ਪੈਦਾ ਕਰਦੇ ਹਨ? ਪ੍ਰਭੂ ਦੇ ਵਚਨ। ਪਿਆਰਿਓ, ਪ੍ਰਭੂ ਯਿਸੂ ਮਸੀਹ ਮੱਤੀ ਦੀ ਅੰਜੀਲ ਦੇ ਵਿੱਚ ਫਰਮਾਉਂਦਾ ਹੈ, ਸ਼ੈਤਾਨ ਨੂੰ ਕਹਿੰਦਾ ਹੈ ਕਿ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਹਰ ਇੱਕ ਵਚਨ ਦੇ ਨਾਲ, ਹਰ ਇੱਕ ਸ਼ਬਦ ਦੇ ਨਾਲ ਜਿਉਂਦਾ ਰਹੇਗਾ। ਉਹਨਾਂ ਵਚਨਾਂ ਦੀ ਅੱਜ ਗੱਲ ਯਸ਼ਾਇਆ ਨਬੀ ਕਰ ਰਿਹਾ ਹੈ ਕਿ ਇਹ ਵਚਨ ਸਿਰਫ ਭੋਜਨ ਹੀ ਨਹੀਂ ਦਿੰਦੇ, ਸਗੋਂ ਸਾਡੀ ਰੂਹਾਨੀ ਖੁਰਾਕ ਨੂੰ ਪੂਰਾ ਕਰਦੇ ਹਨ, ਤ੍ਰਿਪਤ ਕਰਦੇ ਹਨ ਸਾਨੂੰ। ਇਸ ਕਰਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਦੇ ਵਚਨ ਦੇ ਉੱਤੇ, ਉਹ ਸ਼ਬਦ ਦੇ ਉੱਤੇ ਧਿਆਨ ਕਰਨਾ ਹੈ, ਉਸ ਸ਼ਬਦ ਨੂੰ ਪੜ੍ਹਨਾ ਹੈ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਉਤਪਤ ਦੀ ਪੁਸਤਕ ਉਸ ਦਾ ਪਹਿਲਾ ਦੂਜਾ ਅਧਿਆਏ, ਉਹਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਦਾ ਹੀ ਬਿਆਨ ਕੀਤਾ ਗਿਆ ਹੈ। ਜਦੋਂ ਤੁਸੀਂ ਉਤਪਤ ਦੀ ਪੁਸਤਕ ਉਸ ਦਾ ਪਹਿਲਾ ਅਧਿਆਏ ਪਹਿਲੀ ਆਇਤ ਤੋਂ ਪੜ੍ਹੋ ਤਾਂ ਉੱਥੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਸ਼ਬਦ ਦੇ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਰਚਿਆ। ਸ਼ਬਦ ਮੂੰਹ ਦੇ ਵਿੱਚੋਂ ਨਿਕਲੇ ਅਤੇ ਸਾਰੀਆਂ ਚੀਜ਼ਾਂ ਹੋਂਦ ਵਿੱਚ ਆ ਗਈਆਂ। ਤੇ ਯਹੂਨਾ ਨਬੀ ਵੀ ਆਪਣੀ ਅੰਜੀਲ ਦੀ ਸ਼ੁਰੂਆਤ ਇਸੇ ਹੀ ਸ਼ਬਦ ਦੇ ਨਾਲ ਕਰਦਾ ਹੈ। ਉਹ ਕਹਿੰਦਾ ਹੈ ਕਿ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਸੀ, ਉਹ ਪਰਮੇਸ਼ਵਰ ਦੇ ਨਾਲ ਸੀ, ਉਹ ਖੁਦ ਸ਼ਬਦ ਸੀ, ਖੁਦ ਪਰਮੇਸ਼ਵਰ ਸੀ, ਅਤੇ ਉਸੇ ਦੁਆਰਾ ਸ੍ਰਿਸ਼ਟੀ ਦੀ ਰਚਨਾ ਹੋਈ। ਉਹੀ ਸ਼ਬਦ ਫਿਰ ਦੇਹਧਾਰੀ ਹੋ ਕੇ ਇਨਸਾਨ ਬਣਿਆ, ਸਾਡੇ ਵਿੱਚ ਰਿਹਾ, ਸਾਡੇ ਵਿੱਚ ਡੇਰਾ ਲਾਇਆ। ਹਾਂ ਪਿਆਰਿਓ, ਉਸ ਵਚਨ ਦੇ ਵਿੱਚ ਸ਼ਕਤੀ ਹੈ, ਸ਼ਬਦ ਦੇ ਵਿੱਚ ਸ਼ਕਤੀ ਹੈ। ਜੇਕਰ ਸ਼ਬਦ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ, ਜੇਕਰ ਉਹਨਾਂ ਸ਼ਬਦਾਂ ਦੇ ਦੁਆਰਾ ਸਾਰੀ ਦੁਨੀਆ ਰਚੀ ਜਾ ਸਕਦੀ ਹੈ, ਤਾਂ ਪਿਆਰਿਓ ਅੱਜ ਜਾਣ ਲਵੋ ਕਿ ਜੇਕਰ ਤੁਸੀਂ ਉਸ ਸ਼ਬਦ ਨੂੰ, ਉਸ ਵਚਨ ਨੂੰ ਤੁਸੀਂ ਨੀਅਤ ਨਾਲ ਪੜ੍ਹੋਗੇ ਤੇ ਪ੍ਰਭੂ ਤੁਹਾਡੀਆਂ ਵੀ ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਹੱਲ ਆਪ ਕਰ ਸਕਦਾ ਹੈ। ਮੈਂ ਤੁਹਾਨੂੰ ਹੁਣ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ। ਵੱਡੇ ਦਿਨ ਦੇ ਦਿਨਾਂ ਦੇ ਦੌਰਾਨ ਮੈਂ ਇੱਕ ਪੈਰਿਸ਼ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਤੇ ਪ੍ਰਚਾਰ ਵਚਨ ਦੇ ਉੱਤੇ ਸੀ। ਮੈਂ ਉਹਨਾਂ ਨੂੰ ਦੱਸਿਆ, ਮੈਂ 11ਵੀਂ ਆਇਤ ਉਹਨਾਂ ਸਾਰਿਆਂ ਦੇ ਲਈ ਪੜ੍ਹੀ, ਯਸ਼ਾਇਆ ਨਬੀ ਦੀ ਪੁਸਤਕ 55 ਅਧਿਆਏ 11ਵੀਂ ਆਇਤ। ਮੈਂ ਉਹਨਾਂ ਲੋਕਾਂ ਨੂੰ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਤੁਸੀਂ ਵਚਨ ਪੜ੍ਹਨਾ ਹੈ, ਇਰਾਦਾ ਰੱਖ ਕੇ ਪੜ੍ਹਨਾ ਹੈ। ਅਸੀਂ ਕਈ ਵਾਰੀ ਵਚਨ ਪੜ੍ਹਦੇ ਹਾਂ, ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਘੰਟਾ ਵੀ ਵਚਨ ਪੜ੍ਹ ਲੈਂਦੇ ਹਾਂ, ਕਈ ਵਾਰੀ ਅੱਧਾ ਘੰਟਾ, ਕਈ ਵਾਰੀ ਕਈ ਲੋਕ 2-2, 3-3 ਘੰਟੇ ਵਚਨ ਪੜ੍ਹਦੇ ਹਨ। ਬਹੁਤ ਚੰਗੀ ਗੱਲ ਹੈ, ਲੇਕਿਨ ਪਿਆਰਿਓ, ਜਦੋਂ ਵਚਨ ਪੜ੍ਹਨਾ ਹੈ ਅਸੀਂ ਇਰਾਦਾ ਰੱਖਣਾ ਹੈ, ਕੋਈ ਮਕਸਦ ਰੱਖਣਾ ਹੈ। ਤੇ ਜਦੋਂ ਤੁਸੀਂ ਉਸ ਇਰਾਦੇ ਦੇ ਨਾਲ, ਮਕਸਦ ਦੇ ਨਾਲ ਪ੍ਰਭੂ ਦੇ ਵਚਨ ਨੂੰ ਪੜ੍ਹੋਗੇ ਤੇ ਉਹ ਇਰਾਦਾ ਪੂਰਾ ਹੋਵੇਗਾ, ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਇਸ ਤਰ੍ਹਾਂ ਮੇਰੇ ਮੂੰਹੋਂ ਨਿਕਲੇ ਵਚਨ ਹਨ ਜੋ ਇਰਾਦੇ ਨੂੰ ਪੂਰੀਆਂ ਕੀਤਿਆਂ ਬਿਨਾਂ ਵਾਪਸ ਨਹੀਂ ਆਉਂਦੇ। ਸੋ ਪ੍ਰਭੂ ਦਾ ਵਚਨ ਜਦੋਂ ਕਿਸੇ ਮਕਸਦ ਨਾਲ ਪੜ੍ਹਿਆ ਜਾਂਦਾ ਹੈ, ਉਹ ਇਰਾਦਾ ਪੂਰਾ ਹੋਣਾ ਹੀ ਹੈ, ਖਾਲੀ ਨਹੀਂ ਜਾਵੇਗਾ। ਜਦੋਂ ਮੈਂ ਇਹ ਵਚਨ ਸੁਣਾ ਲਿਆ, ਉਹਦੇ 2-3 ਦਿਨਾਂ ਦੇ ਬਾਅਦ ਇੱਕ ਭੈਣ ਦਾ ਮੈਨੂੰ ਫੋਨ ਆਇਆ ਤੇ ਭੈਣ ਨੇ ਮੈਨੂੰ ਕਿਹਾ ਕਿ ਫਾਦਰ ਜੀ,
ਜਿਸ ਤਰ੍ਹਾਂ ਤੁਸੀਂ ਮੈਨੂੰ ਉਸ ਦਿਨ ਪ੍ਰਚਾਰ ਦੇ ਵਿੱਚ ਦੱਸਿਆ ਸੀ ਕਿ ਇਰਾਦੇ ਦੇ ਨਾਲ ਵਚਨ ਪੜ੍ਹਨਾ, ਤੇ ਮੈਂ ਇਰਾਦੇ ਦੇ ਨਾਲ ਪੜ੍ਹਿਆ ਹੈ। ਮੈਂ ਬਾਈਬਲ ਖੋਲ ਕੇ ਆਪਣੇ ਬੇਟੇ ਦੇ ਲਈ ਪ੍ਰਾਰਥਨਾ ਕੀਤੀ ਜਿਹੜਾ ਕੈਨੇਡਾ ਵਿੱਚ ਹੈ। ਉਹ ਕਾਫੀ ਬਿਮਾਰ ਸੀ, ਉਹਨੂੰ ਕਰੋਨਾ ਹੋ ਗਿਆ ਸੀ, ਕਾਫੀ ਖਰਾਬੀ ਹੋ ਗਈ ਸੀ ਸਿਹਤ ਉਹਦੀ, ਤੇ ਇਸ ਕਰਕੇ ਮੈਂ ਵਚਨ ਉਸ ਇਰਾਦੇ ਦੇ ਨਾਲ ਪੜ੍ਹਿਆ ਕਿ ਹੇ ਪ੍ਰਭੂ, ਅੱਜ ਮੈਂ ਤੇਰਾ ਵਚਨ ਇੱਥੇ ਘਰ ਵਿੱਚ ਬੈਠ ਕੇ ਪੜ੍ਹ ਰਹੀ ਹਾਂ ਆਪਣੇ ਬੇਟੇ ਦੇ ਲਈ। ਹੇ ਪ੍ਰਭੂ, ਇਸ ਵਚਨ ਦੀ ਸ਼ਕਤੀ ਦੇ ਨਾਲ ਮੇਰੇ ਬੇਟੇ ਨੂੰ ਚੰਗਿਆਈ ਦਾ ਵਰਦਾਨ ਦੇ। ਤੇ ਉਹ ਭੈਣ ਕਹਿਣ ਲੱਗੀ, ਫਾਦਰ ਜੀ, ਮੇਰੇ ਬੇਟੇ ਦਾ ਮੈਨੂੰ 2 ਦਿਨਾਂ ਬਾਅਦ ਫੋਨ ਆਇਆ, ਮੰਮੀ ਜੀ ਹੁਣ ਮੈਂ ਬਿਲਕੁਲ ਠੀਕ ਹਾਂ। ਪਿਆਰਿਓ, ਸ਼ਕਤੀ ਹੈ ਵਚਨ ਦੇ ਵਿੱਚ। ਚਾਹੇ ਤੁਸੀਂ ਇੱਥੇ ਬੈਠ ਕੇ ਕੈਨੇਡਾ ਵਿੱਚ ਜਿਹੜਾ ਬੱਚਾ ਹੈ ਜਾਂ ਬੰਦਾ ਹੈ, ਉਹਦੇ ਲਈ ਤੁਸੀਂ ਵਚਨ ਪੜ੍ਹੋਗੇ, ਉਹਦੀ ਜ਼ਿੰਦਗੀ ਦੇ ਵਿੱਚ ਉਹ ਵਚਨ ਕੰਮ ਕਰੇਗਾ। ਇੱਥੇ ਬੈਠ ਕੇ ਤੁਸੀਂ ਕਿਸੇ ਦੇ ਲਈ ਵੀ ਦੁਆ ਕਰੋ, ਕਿਸੇ ਵੀ ਵਿਅਕਤੀ ਦੇ ਲਈ ਮਨ ਦੇ ਵਿੱਚ ਧਾਰਨਾ ਧਾਰ ਲਵੋ, ਪ੍ਰਾਰਥਨਾ ਕਰੋ, ਤੇ ਉਹ ਵਚਨ ਕਦੇ ਖਾਲੀ ਨਹੀਂ ਜਾਵੇਗਾ। ਅਜਮਾ ਕੇ ਦੇਖ ਲਿਓ। ਤੇ ਰੋਜ਼ਿਆਂ ਦਾ ਇਹ ਸਮਾਂ ਹੈ, ਪਛਤਾਵੇ ਦਾ ਸਮਾਂ ਹੈ, ਆਪਣੇ ਆਪ ਨੂੰ ਬਦਲਣ ਦਾ ਸਮਾਂ ਹੈ। ਤੇ ਹੁਣ ਅਸੀਂ ਰੋਜ਼ਿਆਂ ਦੇ ਸਮੇਂ ਦੇ ਵਿੱਚ ਇਹ ਵਚਨ ਨੂੰ ਪੜ੍ਹਨਾ ਹੈ ਆਪਣੇ ਆਪ ਦੇ ਬਦਲਾਵ ਦੇ ਲਈ ਕਿ ਪ੍ਰਭੂ ਜੀ ਪਹਿਲਾਂ ਮੈਨੂੰ ਬਦਲੋ। ਵਚਨ ਦੀ ਸ਼ਕਤੀ ਦੇ ਰਾਹੀਂ ਮੇਰੇ ਵਿੱਚ ਜਿਹੜੀਆਂ ਮਾੜੀਆਂ ਆਦਤਾਂ ਨੇ, ਮੇਰੇ ਵਿੱਚ ਜਿਹੜੀਆਂ ਕਮੀਆਂ ਨੇ, ਪ੍ਰਭੂ ਜੀ ਆਪਣੇ ਵਚਨ ਦੀ ਸ਼ਕਤੀ ਦੇ ਨਾਲ ਉਹਨਾਂ ਕਮੀਆਂ ਨੂੰ ਖਤਮ ਕਰ ਦਿਓ। ਪਹਿਲਾਂ ਮੈਨੂੰ ਬਦਲੋ ਤਾਂ ਕਿ ਫੇਰ ਹੀ ਮੈਂ ਦੂਜਿਆਂ ਨੂੰ ਬਦਲ ਸਕਾਂ। ਹਾਂ ਪਿਆਰਿਓ, ਨੀਅਤ ਦੇ ਨਾਲ ਅੱਜ ਤੋਂ ਵਚਨ ਪੜ੍ਹਨਾ ਸ਼ੁਰੂ ਕਰੋ। ਮੈਂ ਤੁਹਾਨੂੰ ਹਦਾਇਤ ਦੇਵਾਂਗਾ ਕਿ ਸਵੇਰੇ ਉੱਠਦਿਆਂ ਹੀ ਆਪਣਾ ਇਸ਼ਨਾਨ ਕਰਕੇ, ਬੁਰਸ਼ ਕਰਕੇ, ਆਪਣੇ ਘਰ ਦੇ ਵਿੱਚ ਬਾਈਬਲ ਖੋਲ੍ਹ ਕੇ ਤੁਸੀਂ 5 ਮਿੰਟ ਦੇ ਲਈ, 10 ਮਿੰਟ ਦੇ ਲਈ, ਤੇ ਜੇ ਇੰਨਾ ਨਹੀਂ ਵੀ ਹੋ ਸਕਦਾ, ਕਮ ਸੇ ਕਮ 1 ਮਿੰਟ ਦੇ ਲਈ ਪ੍ਰਭੂ ਦੇ ਵਚਨ ਨੂੰ ਪੜ੍ਹੋ। 1 ਮਿੰਟ ਕਿਤੇ ਜ਼ਿਆਦਾ ਨਹੀਂ ਹੁੰਦਾ ਹੈ, ਤੇ 1 ਮਿੰਟ ਦੇ ਵਿੱਚ ਤੁਸੀਂ ਇੱਕ ਪੈਰਾਗ੍ਰਾਫ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਜੇ। ਇਸ ਕਰਕੇ ਸ਼ੁਰੂ ਕਰੋ, ਤੁਸੀਂ ਆਦਤ ਬਣਾਓ। ਤੇ ਆਦਤ ਤਦ ਹੀ ਬਣਨੀ ਹੈ ਜੇਕਰ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰੋਗੇ। ਉੱਦਾਂ ਆਦਤਾਂ ਨਹੀਂ ਪੈਣੀਆਂ। ਕੋਈ ਵੀ ਆਦਤ ਹੈ, ਮਾੜੀ ਆਦਤ, ਮਾੜੇ ਕੰਮ ਕਰਦੇ ਜਾਓਗੇ ਤੁਹਾਡੀ ਆਦਤ ਬਣ ਜਾਏਗੀ। ਚੰਗੇ ਕੰਮ ਕਰਦੇ ਜਾਓਗੇ ਤੇ ਤੁਹਾਡੇ ਚੰਗੇ ਕਰਮ ਕਰਨ ਦੀ ਆਦਤ ਬਣ ਜਾਏਗੀ। ਇਸ ਕਰਕੇ ਵਚਨ ਪੜ੍ਹਨ ਦੀ ਤੁਸੀਂ ਆਦਤ ਪਾ ਲਓ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਰੋਜ਼ਿਆਂ ਦੇ ਇਹਨਾਂ ਦਿਨਾਂ ਦੇ ਵਿੱਚ ਵਚਨ ਪੜ੍ਹਦੇ ਹੋਵੋਗੇ, ਲੇਕਿਨ ਅੱਜ ਤੋਂ ਤੁਸੀਂ ਇਰਾਦੇ ਦੇ ਨਾਲ ਵਚਨ ਪੜ੍ਹੋ। ਇਹ ਹੈ ਅੱਜ ਦਾ ਪਹਿਲਾ ਪਾਠ। ਦੂਜਾ ਪਾਠ ਮੱਤੀ ਦੀ ਅੰਜੀਲ ਦੇ ਵਿੱਚੋਂ ਲਿਆ ਗਿਆ ਹੈ, ਜਿੱਥੇ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਅਤੇ ਜਿੰਨੇ ਵੀ ਉਹਦੇ ਪਿੱਛੇ ਆ ਰਹੇ ਸੀ ਉਹਨਾਂ ਸਾਰਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਪ੍ਰਾਰਥਨਾ ਕਰਦੇ ਸਮੇਂ ਪਖੰਡੀਆਂ ਵਾਂਗ ਅਤੇ ਗੈਰ ਕੌਮਾਂ ਦੇ ਲੋਕਾਂ ਵਾਂਗ ਨਾ ਕਰੋ। ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ, ਉਹਦਾ ਤਰੀਕਾ ਪ੍ਰਭੂ ਨੇ ਅੱਜ ਸਾਨੂੰ ਦੱਸਿਆ ਹੈ, ਤੇ ਕਿਹੜੀ ਦੁਆ ਕਰਨੀ ਹੈ ਉਹ ਵੀ ਪ੍ਰਭੂ ਨੇ ਸਾਨੂੰ ਸਿਖਾਇਆ ਹੈ। ਅੱਜ ਕਹਿੰਦਾ ਹੈ ਕਿ ਢੇਰ ਨਾ ਲਾਓ, ਬੜੀਆਂ ਲੰਮੀਆਂ ਦੁਆਵਾਂ ਕਰੀ ਜਾਣੀਆਂ, ਬਾਤਾਂ ਦੇ ਢੇਰ ਲਾ ਦੇਣੇ, ਆਪਣੀਆਂ ਲੋੜਾਂ ਪ੍ਰਭੂ ਦੇ ਅੱਗੇ ਰੱਖੀ ਜਾਣੀਆਂ। ਪ੍ਰਭੂ ਕਹਿੰਦਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਹੈ ਥੋੜਾ ਜਿਹਾ ਧਿਆਨ ਰੱਖੋ, ਇਸ ਤਰ੍ਹਾਂ ਪ੍ਰਾਰਥਨਾ ਕਰੋ। ਇਹ ਸਾਡੇ ਬਾਪ ਦੀ ਦੁਆ ਪ੍ਰਭੂ ਨੇ ਸਿਖਾਈ ਹੈ ਅੱਜ ਦੀ ਅੰਜੀਲ ਦੇ ਵਿੱਚ। ਤੇ ਪਿਆਰਿਓ, ਇਹ ਜੋ ਪ੍ਰਾਰਥਨਾ ਪ੍ਰਭੂ ਨੇ ਸਿਖਾਈ ਹੈ ਉਹਦੇ ਉੱਤੇ ਥੋੜਾ ਜਿਹਾ ਧਿਆਨ ਕਰੀਏ। ਲਿਖਿਆ ਹੈ, ਫਿਰ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਐ ਸਾਡੇ ਬਾਪ ਜੋ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਇਹ ਜਿਹੜਾ ਪਹਿਲਾ ਹਿੱਸਾ ਹੈ ਪ੍ਰਾਰਥਨਾ ਦਾ, ਉਹ ਸਿਰਫ ਖੁਦਾ ਦੀ ਵਡਿਆਈ ਦੇ ਲਈ ਇਸਤੇਮਾਲ ਹੋਇਆ ਹੈ। ਪਿਆਰਿਓ, ਜ਼ਿੰਦਗੀ ਦੇ ਵਿੱਚ ਇੱਕ ਫੈਸਲਾ ਇਹ ਵੀ ਕਰੋ ਕਿ ਤੁਸੀਂ ਹਮੇਸ਼ਾ ਖੁਦਾ ਦੀ ਵਡਿਆਈ ਕਰਨੀ ਹੈ, ਖੁਦਾ ਦੀ ਸ਼ੁਕਰਗੁਜ਼ਾਰੀ ਕਰਨੀ ਹੈ, ਜ਼ਿਆਦਾ ਸਮਾਂ ਉਹਦੇ ਵਿੱਚ ਦੇਣਾ ਹੈ, ਨਾ ਕਿ ਆਪਣੀਆਂ ਲੋੜਾਂ ਨੂੰ, ਨਾ ਕਿ ਵੱਡੇ ਗੱਲਾਂ ਦੇ ਢੇਰ ਪ੍ਰਭੂ ਦੇ ਅੱਗੇ ਲਾਉਣ ਦੇ ਲਈ। ਸਗੋਂ ਪ੍ਰਭੂ ਦੀ ਪਹਿਲਾਂ ਸ਼ੁਕਰਗੁਜ਼ਾਰੀ ਕਰੋ, ਵਡਿਆਈ ਕਰੋ, ਜਿਸ ਤਰ੍ਹਾਂ ਇਸ ਪ੍ਰਾਰਥਨਾ ਦੇ ਵਿੱਚ ਕੀਤੀ ਗਈ ਹੈ। ਐ ਸਾਡੇ ਬਾਪ ਜੋ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਜੋ ਪਵਿੱਤਰ ਨਾਮ ਹੈ ਉਸ ਨੂੰ ਸਾਰੇ ਮੰਨਣ, ਤੇਰਾ ਰਾਜ ਆਵੇ। ਰਾਜ ਹੁਣ ਕਿਹਦਾ ਆਉਣਾ ਚਾਹੀਦਾ ਹੈ? ਸਾਡੇ ਜੀਵਨ ਵਿੱਚ, ਸਾਡੇ ਪਰਿਵਾਰਾਂ ਵਿੱਚ ਪ੍ਰਭੂ ਦਾ ਰਾਜ ਆਉਣਾ ਚਾਹੀਦਾ ਹੈ। ਉਹਦੇ ਲਈ ਦੁਆ ਕਰਨੀ ਹੈ।
ਫਿਰ ਤੇਰੀ ਮਰਜ਼ੀ। ਹੁਣ ਮਰਜ਼ੀ ਕਿਹਦੀ ਪੂਰੀ ਹੁੰਦੀ ਹੈ, ਰਾਜ ਕਿਹਦਾ ਹੈ, ਉਹ ਅਸੀਂ ਦੇਖਣਾ ਹੈ। ਸਾਡੇ ਘਰਾਂ ਵਿੱਚ ਕਈ ਵਾਰੀ ਸਾਡਾ ਰਾਜ ਚੱਲਦਾ ਹੈ, ਕਈ ਵਾਰੀ ਮਾਂ-ਬਾਪ ਦਾ ਰਾਜ ਚੱਲਦਾ ਹੈ, ਬੱਚਿਆਂ ਦਾ ਰਾਜ ਚੱਲਦਾ ਹੈ। ਸਾਡੇ ਪਰਿਵਾਰ ਦੇ ਵਿੱਚ ਰਾਜ ਪ੍ਰਭੂ ਦਾ ਹੋਣਾ ਚਾਹੀਦਾ ਹੈ, ਤੇ ਮਰਜ਼ੀ ਵੀ ਪ੍ਰਭੂ ਦੀ ਪੂਰੀ ਹੋਣੀ ਚਾਹੀਦੀ ਹੈ, ਨਾ ਕਿ ਸਾਡੀ ਮਰਜ਼ੀ। ਕਿਉਂਕਿ ਸਾਡੀਆਂ ਮਰਜ਼ੀਆਂ ਸਿਰਫ ਦੁਨਿਆਵੀ ਗੱਲਾਂ ਤੱਕ ਹੀ ਸੀਮਿਤ ਹਨ, ਲੇਕਿਨ ਪ੍ਰਭੂ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਕਿਹੜੇ ਵੇਲੇ ਲੋੜ ਹੈ। ਉਹ ਮੰਗਣ ਤੋਂ ਪਹਿਲਾਂ ਹੀ ਸਾਡੀਆਂ ਲੋੜਾਂ ਨੂੰ ਜਾਣਦਾ ਹੈ। ਇਸੇ ਕਰਕੇ ਹੀ 8ਵੀਂ ਆਇਤ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਕਿਹੜੀ ਸ਼ੈ ਦੀ ਸਾਨੂੰ ਲੋੜ ਹੈ। ਸੋ ਪ੍ਰਭੂ ਯਿਸੂ ਅੱਗੇ ਜਿਹੜੀ ਦੁਆ ਦੇ ਵਿੱਚ ਜਿਹੜਾ ਦੂਜਾ ਹਿੱਸਾ ਹੈ, ਉਹ ਹੈ ਜਿਹੜਾ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਉਹ ਕੀ ਹੈ? ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ। ਅਸੀਂ ਰੋਜ਼ ਦੀ ਮੰਗਦੇ ਹਾਂ, ਅਸੀਂ ਤੇ ਮੰਗਦੇ ਹਾਂ ਤੇ ਕੈਲਕੂਲੇਸ਼ਨ ਕਰਦੇ ਹਾਂ ਆਉਣ ਵਾਲੇ ਸਾਲਾਂ ਦੇ ਲਈ, ਕਿ ਸਾਡੇ ਕੋਲ ਹਰ ਚੀਜ਼ ਆਉਣ ਵਾਲੇ ਸਾਲਾਂ ਦੇ ਲਈ ਹੋਏ। ਫਿਊਚਰ ਪਲਾਨਿੰਗ ਅਸੀਂ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ, ਲੇਕਿਨ ਜ਼ਿਆਦਾ ਜ਼ੋਰ ਅਸੀਂ ਇਸ ਦੁਆ ਦੇ ਉੱਤੇ ਵੀ ਦੇਣਾ ਹੈ। ਦੇਖੋ, ਪ੍ਰਭੂ ਨੇ ਜਦੋਂ ਇਸਰਾਈਲੀਆਂ ਨੂੰ ਮੰਨਾ ਦਿੱਤਾ ਸੀ ਤੇ ਉਹਨਾਂ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਜਿੰਨਾ ਤੁਹਾਨੂੰ ਰੋਜ਼ ਦੇ ਲਈ ਚਾਹੀਦਾ ਹੈ ਓਨਾ ਹੀ ਇਕੱਠਾ ਕਰਨਾ। ਜਦੋਂ ਲੋਕੀ ਲੋੜ ਤੋਂ ਵੱਧ ਕਰ ਲੈਂਦੇ ਸੀ, ਲਾਲਚ ਕਰ ਲੈਂਦੇ ਸੀ, ਤਾਂ ਕੀ ਹੋ ਜਾਂਦਾ ਸੀ? ਉਹਦੇ ਵਿੱਚ ਕੀੜੇ ਪੈ ਜਾਂਦੇ ਸੀ। ਇਹ ਵਚਨ ਦੇ ਵਿੱਚ ਲਿਖਿਆ ਹੈ ਪਿਆਰਿਓ। ਇਸ ਕਰਕੇ ਪ੍ਰਭੂ ਕਹਿੰਦਾ ਹੈ ਕਿ ਰੋਜ਼ ਦੀ ਰੋਟੀ ਸਾਨੂੰ ਦੇ। ਸਿਰਫ ਰੋਜ਼ ਦੀ ਰੋਟੀ ਮੰਗੋ। ਤੁਹਾਡੇ ਲਈ ਫਿਊਚਰ ਦੇ ਵਿੱਚ ਪ੍ਰਭੂ ਨੇ ਆਪਣੇ ਆਪ ਹੀ ਸਾਰਾ ਕੁਝ ਬੰਦੋਬਸਤ ਕਰ ਦੇਣਾ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਦਾਸ ਨੂੰ, ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਹੜੇ ਵੇਲੇ ਲੋੜ ਹੈ, ਉਸਨੇ ਉਹ ਚੀਜ਼ਾਂ ਮੁਹੱਈਆ ਕਰਾ ਦੇਣੀਆਂ ਨੇ। ਭਰੋਸਾ ਰੱਖੀਏ ਤੇ ਈਮਾਨ ਦੇ ਨਾਲ ਇਹ ਦੁਆ ਪੜ੍ਹੀਏ। ਅੱਗੇ ਕਹਿੰਦਾ ਹੈ, ਸਾਡੇ ਕਸੂਰ ਸਾਨੂੰ ਮਾਫ ਕਰ। ਇਹ ਗੱਲ ਜਿਹੜੀ ਹੈ ਨਾ, ਇਹ ਅਸੀਂ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪ੍ਰਭੂ ਸਾਡੇ ਕਸੂਰਾਂ ਨੂੰ ਮਾਫ ਕਰ ਦੇ। ਹੁਣ ਜਿਹੜੀ ਅਗਲੀ ਗੱਲ ਹੈ, ਅਸੀਂ ਉਹਦੇ ਉੱਤੇ ਗੌਰ ਨਹੀਂ ਕਰਦੇ ਹਾਂ। ਅਗਲੀ ਲਾਈਨ ਕੀ ਹੈ? ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਕਿੰਨੇ ਜਾਣੇ ਨੇ ਜਿਹੜੇ ਕਸੂਰਵਾਰਾਂ ਨੂੰ ਮਾਫ ਕਰਦੇ ਨੇ? ਕਿੰਨੇ ਜਾਣੇ ਨੇ ਜਿਨ੍ਹਾਂ ਨੇ ਆਪਣੇ ਗਵਾਂਢੀ ਨੂੰ, ਜਿਨ੍ਹਾਂ ਨਾਲ ਤੁਹਾਡਾ ਲੜਾਈ ਝਗੜਾ ਹੈ, ਜਿਨ੍ਹਾਂ ਨੇ ਤੁਹਾਨੂੰ ਦੁੱਖ ਪਹੁੰਚਾਇਆ, ਕਿੰਨਿਆਂ ਨੇ ਉਹਨਾਂ ਨੂੰ ਮਾਫ ਕੀਤਾ ਹੈ? ਪੁੱਛੋ ਆਪਣੇ ਆਪ ਨੂੰ। ਅੱਜ ਪ੍ਰਭੂ ਕਹਿੰਦਾ ਹੈ, ਕਸੂਰ ਤੁਹਾਡੇ ਤਦ ਹੀ ਮਾਫ ਹੋਣੇ ਨੇ ਜਦੋਂ ਤੁਸੀਂ ਦੂਜਿਆਂ ਦੇ ਕਸੂਰਾਂ ਨੂੰ ਮਾਫ ਕਰੋਗੇ। ਇੱਕ ਰਿਟਰੀਟ ਸੈਂਟਰ ਦੇ ਵਿੱਚ ਇੱਕ ਇਨਸਾਨ ਆਇਆ ਜਿਸ ਨੇ ਕਾਉਂਸਲਿੰਗ ਦੇ ਵਿੱਚ ਫਾਦਰ ਜੀ ਨੂੰ ਆਪਣੇ ਜੀਵਨ ਦੇ ਬਾਰੇ ਦੱਸਿਆ। ਤੇ ਉਹ ਭਰਾ ਕਹਿਣ ਲੱਗਾ ਕਿ ਫਾਦਰ ਜੀ, ਮੈਂ ਬਹੁਤ ਦੁਆ ਕਰਦਾ ਹਾਂ, ਬਹੁਤ ਸਵੇਰੇ ਵੀ ਦੁਆ ਕਰਦਾ ਹਾਂ, ਦੁਪਹਿਰਾਂ ਨੂੰ ਵੀ ਦੁਆ ਕਰਦਾ ਹਾਂ, ਰਾਤ ਨੂੰ ਵੀ, ਤੇ ਜਦੋਂ ਮੈਂ ਕਿਤੇ ਜਾਂਦਾ ਵੀ ਹਾਂ ਮੈਂ ਪ੍ਰਾਰਥਨਾ ਦੇ ਵਿੱਚ ਹੀ ਰਹਿਣਾ ਹਾਂ, ਲੇਕਿਨ ਪ੍ਰਭੂ ਮੇਰੀ ਦੁਆ ਨਹੀਂ ਸੁਣਦਾ ਹੈ। ਮੇਰੇ ਕਾਰੋਬਾਰ ਦੇ ਵਿੱਚ ਵੀ ਘਾਟਾ ਹੀ ਪੈਂਦਾ ਹੈ, ਬਰਕਤ ਨਹੀਂ ਹੈਗੀ ਹੈ। ਤੇ ਪਿਆਰਿਓ, ਫਾਦਰ ਜੀ ਨੇ ਉਸ ਇਨਸਾਨ ਨੂੰ ਆਖਿਆ, ਠੀਕ ਹੈ ਤੂੰ ਪ੍ਰਾਰਥਨਾ ਕਰਦਾ ਹੈ, ਵਚਨ ਪੜ੍ਹਦਾ ਹੈ, ਪਰ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਕੋਈ ਚੀਜ਼ ਇਹੋ ਜਿਹੀ ਤੁਹਾਡੇ ਘਰ ਦੇ ਵਿੱਚ ਕੋਈ ਇਨਸਾਨ ਹੈ ਜਿਸ ਨੂੰ ਤੁਸੀਂ ਮਾਫ ਨਹੀਂ ਕੀਤਾ ਹੈ? ਤੇ ਕਾਫੀ ਦੇਰ ਉਹ ਬੰਦਾ ਸੋਚਦਾ ਰਿਹਾ ਤੇ ਆਖਰ ਵਿੱਚ ਉਸ ਨੂੰ ਯਾਦ ਆਇਆ ਕਿ ਉਸਨੇ ਆਪਣੇ ਬਾਪ ਨੂੰ ਮਾਫ ਨਹੀਂ ਕੀਤਾ। ਕਹਿੰਦਾ ਫਾਦਰ ਜੀ, ਆਪਣੇ ਮੈਂ ਡੈਡੀ ਨੂੰ ਮਾਫ ਨਹੀਂ ਕੀਤਾ ਸੀ, ਪਰ ਉਹ ਤੇ ਮਰ ਗਿਆ, ਉਹਨੂੰ ਤੇ ਮਰੇ ਹੋਏ ਨੂੰ 4-5 ਸਾਲ ਹੋ ਗਏ ਨੇ ਫਾਦਰ ਜੀ। ਪਰ ਫਾਦਰ ਨੇ ਆਖਿਆ ਮਾਫ ਕਰਨ ਦੀ ਲੋੜ ਹੈ, ਕਿਉਂਕਿ ਉਹ ਜੋ ਤੇਰੇ ਮਨ ਦੇ ਵਿੱਚ ਗੁੱਸਾ ਹੈ ਉਸ ਨੂੰ ਕੱਢਣ ਦੀ ਲੋੜ ਹੈ। ਇਸ ਕਰਕੇ ਪਾਕ ਮਾਸ ਦੀਆਂ ਕੁਰਬਾਨੀਆਂ ਚੜਾਓ, ਉਹਨਾਂ ਦੀ ਰੂਹ ਦੇ ਲਈ ਮਾਫੀ ਮੰਗਦੇ ਹੋਏ, ਰੋਜ਼ਰੀ ਦੇ ਵਿੱਚ ਵਚਨ ਪੜ੍ਹਦੇ ਹੋਏ ਦੁਆ ਕਰੋ। ਤੇ ਪਿਆਰੇ, ਜਦੋਂ ਉਹ ਬੰਦੇ ਨੇ ਫਾਦਰ ਦੀ ਇਸ ਨਸੀਹਤ ਦੇ ਉੱਤੇ ਅਮਲ ਕੀਤਾ ਤੇ ਜਿਹੜੇ ਕੰਮ ਫਾਦਰ ਨੇ ਉਸ ਨੂੰ ਕਰਨ ਦੇ ਲਈ ਆਖੇ ਸੀ ਜਦੋਂ ਉਹ ਕਰ ਲਏ, ਤੇ ਬਾਅਦ ਵਿੱਚ ਉਹ ਦੁਬਾਰਾ ਰਿਟਰੀਟ ਸੈਂਟਰ ਵਿੱਚ ਆ ਕੇ ਗਵਾਹੀ ਦਿੰਦਾ ਹੈ ਤੇ ਕਹਿੰਦਾ ਹੈ, ਫਾਦਰ ਜੀ ਮੇਰੇ ਕੰਮਾਂ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ ਹੈ, ਪਰਿਵਾਰ ਦੇ ਵਿੱਚ ਖੁਸ਼ੀ ਹੈ,
ਪਰਿਵਾਰ ਦੇ ਵਿੱਚ ਸ਼ਾਂਤੀ ਹੈ। ਹਾਂ ਪਿਆਰਿਓ, ਮਾਫ ਕਰਨਾ ਬਹੁਤ ਜ਼ਰੂਰੀ ਹੈ। ਦੂਜਿਆਂ ਦੇ ਕਸੂਰਾਂ ਨੂੰ ਮਾਫ ਕਰਨਾ ਹੈ। 14ਵੀਂ ਆਇਤ ਦੇ ਵਿੱਚ ਇੱਕ ਵਾਰੀ ਫੇਰ ਪ੍ਰਭੂ ਯਿਸੂ ਇਹੋ ਗੱਲ ਤੇ ਜ਼ੋਰ ਦਿੰਦਾ ਹੈ, ਕਹਿੰਦਾ ਹੈ ਕਿਉਂਕਿ ਜੇਕਰ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਕਸੂਰ ਮਾਫ ਕਰਦੇ ਹੋ ਤਾਂ ਤੁਹਾਡਾ ਸਵਰਗੀ ਬਾਪ ਵੀ ਤੁਹਾਡੇ ਕਸੂਰਾਂ ਨੂੰ ਮਾਫ ਕਰੇਗਾ। ਇਹ ਕੰਡੀਸ਼ਨ ਹੈ। ਪ੍ਰਭੂ ਯਿਸੂ ਮਸੀਹ ਨੇ ਇਹ ਇੱਕ ਕੰਡੀਸ਼ਨ ਰੱਖੀ ਹੈ ਕਿ ਜੇਕਰ ਤੁਸੀਂ ਮਾਫ ਕਰੋਗੇ ਤੇ ਫਿਰ ਤੁਹਾਡੇ ਕਸੂਰ ਮਾਫ ਹੋਣੇ ਆ, ਨਹੀਂ ਤਾਂ ਤੁਸੀਂ ਜਿੰਨੀਆਂ ਮਰਜ਼ੀ ਦੁਆ ਬੰਦਗੀਆਂ ਕਰ ਲਓ, ਜਿੰਨਾ ਮਰਜ਼ੀ ਵਚਨ ਪੜ੍ਹ ਲਓ, ਉਹਦਾ ਅਸਰ ਨਹੀਂ ਹੋਣਾ, ਬਰਕਤ ਨਹੀਂ ਆਉਣੀ ਤੁਹਾਡੇ ਜੀਵਨ ਦੇ ਵਿੱਚ। ਜੇਕਰ ਬਰਕਤ ਲੈਣੀ ਚਾਹੁੰਦੇ ਹੋ, ਜੇਕਰ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਹਰ ਤਰ੍ਹਾਂ ਦੀ ਸ਼ਾਂਤੀ, ਹਰ ਤਰ੍ਹਾਂ ਦਾ ਪਿਆਰ, ਬਰਕਤਾਂ ਬਣੀਆਂ ਰਹਿਣ, ਤਾਂ ਫਿਰ ਅੱਜ ਪ੍ਰਭੂ ਕਹਿ ਰਿਹਾ ਹੈ ਕਿ ਮਾਫ ਕਰੋ, ਫਿਰ ਬਰਕਤ ਮਿਲਣੀ ਹੈ। ਤੇ 15ਵੀਂ ਆਇਤ ਦੇ ਵਿੱਚ ਲਿਖਿਆ ਹੈ, ਜੇਕਰ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਅਪਰਾਧ ਮਾਫ ਨਹੀਂ ਕਰੋਗੇ ਤਾਂ ਤੁਹਾਡਾ ਬਾਪ ਵੀ ਤੁਹਾਡੇ ਅਪਰਾਧ ਮਾਫ ਨਹੀਂ ਕਰੇਗਾ। ਇਹ ਮੇਰੀਆਂ ਗੱਲਾਂ ਨਹੀਂ ਹਨ। ਮੱਤੀ ਦੀ ਅੰਜੀਲ 6ਵਾਂ ਅਧਿਆਏ 14ਵੀਂ ਤੇ 15ਵੀਂ ਆਇਤ ਦੇ ਵਿੱਚ ਬੜਾ ਸਾਫ਼-ਸਾਫ਼ ਲਿਖਿਆ ਹੈ, ਪਿਆਰਿਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਬਰਕਤ ਆਵੇ, ਕਾਰੋਬਾਰ ਵਧੀਆ ਚੱਲਣ, ਤਾਂ ਇਹਦੇ ਉੱਤੇ ਅਮਲ ਕਰੋ। ਇਹ ਜੋ ਪ੍ਰਾਰਥਨਾ ਅਸੀਂ ਕਰਦੇ ਹਾਂ ਨਾ, ਕਿੰਨੀ ਵਾਰੀ ਅਸੀਂ ਪ੍ਰਾਰਥਨਾ ਕੀਤੀ ਹੋਵੇਗੀ, ਕਿੰਨੀ ਵਾਰੀ ਅਸੀਂ ਕਰਨੀ ਹੈ, ਕਿੰਨੀ ਵਾਰੀ ਅਸੀਂ ਕਰਦੇ ਹਾਂ, ਲੇਕਿਨ ਉਹ ਦੁਆ ਦਾ ਅਸਰ ਤਦ ਹੋਣਾ ਹੈ ਜਦੋਂ ਅਸੀਂ ਇਹਦੇ ਉੱਤੇ ਅਮਲ ਕਰਨਾ ਸ਼ੁਰੂ ਕੀਤਾ। ਰੋਜ਼ਿਆਂ ਦਾ ਸਾਡੇ ਕੋਲ ਸਭ ਤੋਂ ਵਧੀਆ ਸਮਾਂ ਹੈ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੈ ਕਿ ਇਹ ਪਾਵਨ ਸਮਾਂ ਹੈ। ਇਸ ਨੂੰ ਅਸੀਂ ਇਸ ਦਾ ਇਸਤੇਮਾਲ ਕਰਨਾ ਹੈ। ਸਮੇਂ ਦਾ ਆਪਣੇ ਆਪ ਤੇ ਪਛਤਾਵਾ ਕਰੀਏ, ਆਪਣੇ ਆਪ ਨੂੰ ਬਦਲੀਏ। ਵਚਨ ਅਤੇ ਪ੍ਰਾਰਥਨਾ ਇਹ ਦੋਵੇਂ ਨਾਲ-ਨਾਲ ਚੱਲਦੇ ਹਨ ਤੇ ਇਹੋ ਹੀ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ, ਦੂਜਿਆਂ ਦੀ ਜ਼ਿੰਦਗੀ ਨੂੰ ਬਦਲ ਸਕਦੇ ਹਨ, ਦੂਜਿਆਂ ਦੀ ਜ਼ਿੰਦਗੀ ਵਿੱਚ ਕੰਮ ਕਰ ਸਕਦੇ ਹਨ ਖੁਦਾ ਦੇ ਵਚਨ ਅਤੇ ਦੁਆਵਾਂ। ਤੇ ਆਓ ਅਸੀਂ ਅੱਜ ਫੈਸਲਾ ਕਰੀਏ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਪ੍ਰਭੂ ਦਾ ਵਚਨ ਇਰਾਦੇ ਦੇ ਨਾਲ ਪੜ੍ਹਾਂਗੇ ਅਤੇ ਪ੍ਰਾਰਥਨਾ, ਜੇਕਰ ਅਸੀਂ ਚਾਹੁੰਦੇ ਹਾਂ ਕਿ ਖੁਦਾ ਸਾਡੀ ਦੁਆ ਸੁਣੇ, ਤਾਂ ਫਿਰ ਅਸੀਂ ਅੱਜ ਫੈਸਲਾ ਕਰਾਂਗੇ ਕਿ ਜਿਨ੍ਹਾਂ ਦੇ ਨਾਲ ਵੀ ਮੇਰੇ ਮਨ ਦੇ ਵਿੱਚ, ਜਿਨ੍ਹਾਂ ਦੇ ਪ੍ਰਤੀ ਗੁੱਸਾ ਹੈ, ਈਰਖਾ ਹੈ, ਕਿਸੇ ਵੀ ਤਰ੍ਹਾਂ ਦਾ ਭੇਦਭਾਵ ਹੈ, ਪਹਿਲਾਂ ਸਮਝੌਤਾ ਕਰੀਏ, ਮੇਲ ਮਿਲਾਪ ਕਰੀਏ, ਤਾਂ ਕਿ ਖੁਦਾ ਦੀਆਂ ਬਰਕਤਾਂ ਸਾਡੇ ਪਰਿਵਾਰ ਵਿੱਚ ਬਣੀਆਂ ਰਹਿਣ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।